Hello everyone, I hope you all are doing fine. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੈ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ 5th ਕਲਾਸ ਮਾਈ ਵਰਲਡ ਬੁੱਕ ਦਾ 10th ਚੈਪਟਰ ਜਿਹਦਾ ਨਾਮ ਹੈ ਸਟੋਰੇਜ ਐਂਡ ਪ੍ਰੈਜ਼ਰਵੇਸ਼ਨ ਆਫ ਫੂਡ। ਭੋਜਨ ਦੀ ਕੀ ਸਟੋਰੇਜ ਤੇ ਨਾਲ ਦੀ ਨਾਲ ਉਹਦੀ ਸੰਭਾਲ। आओ शुरू करिए। Gaurav's father brought bread along with the grocery for a month from the market. गौरव ਦੇ ਪਿਤਾ ਜੀ ਇੱਕ ਮਹੀਨੇ ਦੇ ਕਿਰਾਣੇ ਦੇ ਸਮਾਨ ਦੇ ਨਾਲ-ਨਾਲ ਬ੍ਰੈਡ ਵੀ ਲੈ ਕੇ ਆਏ ਸੀ ਦੁਕਾਨ ਤੋਂ। Gaurav ate some pieces of bread with jam and placed the remaining pieces in the kitchen. गौरव ने ਜੈਮ ਦੇ ਨਾਲ ਬ੍ਰੈਡ ਦੇ ਕੁਝ ਟੁਕੜੇ ਖਾ ਲਏ ਤੇ ਬਾਕੀ ਦੀ ਸਾਰੀ ਬ੍ਰੈਡ ਰਸੋਈ ਦੇ ਵਿੱਚ ਹੀ ਰੱਖ ਦਿੱਤੀ। After some days, he opened the packet of bread to eat and found it covered with dots of green and black color. ਤੇ ਕੁਝ ਦਿਨਾਂ ਬਾਅਦ ਉਸਨੇ ਬ੍ਰੈਡ ਦੇ ਪੈਕੇਟ ਨੂੰ ਖਾਣ ਦੇ ਲਈ ਖੋਲ੍ਹਿਆ ਤਾਂ ਉਸਨੇ ਹਰੇ ਤੇ ਕਾਲੇ ਰੰਗ ਦੇ ਬਿੰਦੀਆਂ ਪਾਈਆਂ ਉਸ ਬ੍ਰੈਡ ਦੇ ਉੱਤੇ। He surprisingly asked about the moldering bread. Moldering ਤੋਂ ਭਾਵ ਹੈ ਕਿ ਜਿਹੜੀ ਖਰਾਬ ਹੋ ਚੁੱਕੀ ਹੁੰਦੀ ਹੈ ਜਿਹਨੂੰ ਉਲਲੀ ਲੱਗ ਜਾਂਦੀ ਹੈ ਤੇ ਉਸਨੇ ਹੈਰਾਨੀ ਨਾਲ ਖਰਾਬ ਹੋਈ ਬ੍ਰੈਡ ਬਾਰੇ ਪੁੱਛਿਆ। Mother smelled and ate a piece of bread and said, Son, all the pieces are smelly and sour. ਤੇ ਮਾਂ ਨੇ ਬ੍ਰੈਡ ਹੱਥ ਦੇ ਵਿੱਚ ਲਈ ਤੇ ਉਹਨੂੰ ਸੁੰਘਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਦੱਸਿਆ ਵੀ ਬੇਟਾ ਸਾਰੀ ਦੀ ਸਾਰੀ ਬ੍ਰੈਡ ਬਦਬੂ ਮਾਰ ਰਹੀ ਹੈ ਤੇ ਖੱਟੀ ਜਹੀ ਵੀ ਹੋ ਗਈ ਹੈ। ਸਾਰ ਤੋਂ ਭਾਵ ਹੈ ਖੱਟੀ। ਦੇ ਆਰ ਨਾਟ ਈਟੇਬਲ ਨਾਓ, ਹੁਣ ਇਹ ਖਾਣ ਲਾਇਕ ਨਹੀਂ ਹੈ। ਦੇ ਹੈਵ ਗॉट mold in the form of dots for keeping the packet open. ਪੈਕੇਟ ਖੁੱਲਾ ਰੱਖਣ ਕਾਰਨ ਇਸ ਦੇ ਬਿੰਦੀਆਂ ਦੇ ਰੂਪ ਵਿੱਚ ਉਲਲੀ ਲੱਗ ਗਈ ਹੈ। We can fall sick by eating them. ਤੇ ਅਸੀਂ ਹੁਣ ਜੇ ਇਹਨੂੰ ਖਾਵਾਂਗੇ ਤੇ ਬਿਮਾਰ ਹੋ ਸਕਦੇ ਹਾਂ। Gaurav, but mother, rice, pulses and other products brought with bread did not spoil. Why? ਫਿਰ ਗੌਰਵ ਨੇ ਪੁੱਛਿਆ ਪਰ ਮੰਮੀ ਚੌਲ ਦਾਲਾਂ ਤੇ ਹੋਰ ਵਸਤੂਆਂ ਜਿਹੜੀ ਆਪਾਂ ਬ੍ਰੈਡ ਦੇ ਨਾਲ ਲੈ ਕੇ ਆਏ ਸੀ ਉਹ ਤਾਂ ਖਰਾਬ ਨਹੀਂ ਹੋਈ, ਇੰਜ ਕਿਉਂ? Mother, son, all the food products do not spoil at the same time. ਤੇ ਮੰਮੀ ਨੇ ਦੱਸਿਆ ਪੁੱਤਰ ਬੇਟਾ ਸਾਰੇ ਖਾਣ ਪੀਣ ਦੀਆਂ ਵਸਤੂਆਂ ਇੱਕੋ ਵੇਲੇ ਖਰਾਬ ਨਹੀਂ ਹੁੰਦੀਆਂ। Green vegetables, milk and milk products, sweets, meat, bread and other wet products spoil soon. ਹਰੀਆਂ ਸਬਜ਼ੀਆਂ, ਦੁੱਧ ਤੋਂ ਬੜੇ ਪਦਾਰਥ, ਚੀਜ਼ਾਂ, ਮਿਠਾਈਆਂ, ਮੀਟ ਤੇ ਨਾਲ ਦੀ ਨਾਲ ਬ੍ਰੈਡ ਤੇ ਬਾਕੀ ਜਿਹੜੇ ਗਿੱਲੇ ਭੋਜਨ ਹੁੰਦੇ ਨੇ ਉਹ ਜਲਦੀ ਖਰਾਬ ਹੋ ਜਾਂਦੇ ਨੇ। On the other hand, dry grains, wheat, rice, maize, pearl millet and pulses remain safe for many months. ਤੇ ਦੂਜੇ ਪਾਸੇ ਸੁੱਕਾ ਅਨਾਜ ਜਿਵੇਂ ਕਣਕ, ਚੌਲ, ਮੱਕੀ, ਬਾਜਰਾ, ਦਾਲਾਂ ਇਹ ਕਈ ਮਹੀਨਿਆਂ ਤੱਕ ਸੁਰੱਖਿਅਤ ਰਹਿੰਦੀਆਂ ਨੇ। ਆ ਦੇਖੋ ਮੋਲਡਰਿੰਗ ਬ੍ਰੈਡ ਖਰਾਬ ਹੋ ਚੁੱਕੀ ਬ੍ਰੈਡ ਜਿਹਨੂੰ ਉਲਲੀ ਲੱਗੀ ਸੀ ਤੇ ਇੱਥੇ ਹੈਗੇ ਨੇ ਡਰਾਈ ਗ੍ਰੇਨਸ ਐਂਡ ਪਲਸਿਸ ਸੁੱਕਾ ਅਨਾਜ ਤੇ ਦਾਲਾਂ। ਹੁਣ ਇੱਥੇ ਦਿੱਤੀ ਹੋਈ ਹੈ ਐਕਟੀਵਿਟੀ। Students will collect the samples of different food products such as bread, chapati, pulses, wheat and vegetables. ਵਿਦਿਆਰਥੀ ਵੱਖ-ਵੱਖ ਖਾਣ ਪੀਣ ਦੀਆਂ ਵਸਤੂਆਂ ਇਕੱਠੀਆਂ ਕਰਨਗੇ ਜਿਵੇਂ ਰੋਟੀ ਹੋ ਗਈ, ਦਾਲਾਂ ਹੋ ਗਈਆਂ, ਕਣਕ ਹੋ ਗਈ, ਸਬਜ਼ੀਆਂ ਹੋ ਗਈਆਂ, ਇਹ ਸਾਰੀਆਂ ਇਕੱਠੀਆਂ ਕਰਨਗੇ। They will keep them in the open. ਤੇ ਉਹ ਉਹਨਾਂ ਨੂੰ ਖੁੱਲੇ ਵਿੱਚ ਰੱਖ ਦੇਣਗੇ। After 5 to 6 days, they will observe them and discuss and write about them. ਤੇ 5 ਤੋਂ 6 ਦਿਨਾਂ ਬਾਅਦ ਉਹ ਉਹਨਾਂ ਨੂੰ ਦੇਖਣਗੇ ਤੇ ਉਹਨਾਂ ਬਾਰੇ ਚਰਚਾ ਕਰਨਗੇ ਤੇ ਲਿਖਣਗੇ ਵੀ। ਇਸ ਦਾ ਆਨਸਰ ਹੈ when food is kept out for long, then it happens to lose its nutritious value. ਜੇ ਭੋਜਨ ਨੂੰ ਜ਼ਿਆਦਾ ਦੇਰ ਤੱਕ ਬਾਹਰ ਰੱਖਿਆ ਜਾਂਦਾ ਹੈ ਤੇ ਇਸ ਦੇ ਸਾਰੇ ਪੌਸ਼ਟਿਕ ਮੁੱਲ ਖਤਮ ਹੋ ਜਾਂਦੇ ਨੇ। It can cause problems like constipation, indigestion and poisoning.
ਤੇ ਇਸ ਨਾਲ ਕਬਜ਼ ਹੋ ਸਕਦੀ ਹੈ, ਬਦਹਜਮੀ ਹੋ ਸਕਦੀ ਹੈ ਤੇ ਅਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ। The bacteria in the food can multiply to dangerous levels। ਭੋਜਨ ਦੇ ਵਿੱਚ ਜਿਹੜਾ ਬੈਕਟੀਰੀਆ ਹੁੰਦਾ ਹੈ ਉਹ ਖਤਰਨਾਕ ਤਰੀਕੇ ਦੇ ਨਾਲ ਵੱਧ ਸਕਦਾ ਹੈ and cause various other diseases too। ਤੇ ਇਸ ਨਾਲ ਉਹ ਕਈ ਹੋਰ ਬਿਮਾਰੀਆਂ ਦਾ ਵੀ ਕਾਰਨ ਬਣ ਸਕਦਾ ਹੈ। ਠੀਕ ਹੈ ਬੇਟਾ, ਚਲੋ ਹੁਣ ਆਪਾਂ ਵਧਦੇ ਹਾਂ ਅਗਲਾ ਸਵਾਲ। ਫਰਸਟ ਕੁਐਸਚਨ ਹੈ which kind of food products decay soon। ਕਿਸ ਕਿਸਮ ਦੇ ਭੋਜਨ ਦੇ ਜਿਹੜੇ ਪਦਾਰਥ ਹੁੰਦੇ ਨੇ ਉਹ ਜਲਦੀ ਸੜ ਜਾਂਦੇ ਨੇ ਜਾਂ ਖਰਾਬ ਹੋ ਜਾਂਦੇ ਨੇ। Food products that decay soon include bread। ਉਹ ਭੋਜਨ ਜੋ ਜਲਦੀ ਖਰਾਬ ਹੋ ਜਾਂਦਾ ਉਹਦੇ ਵਿੱਚ ਆਉਂਦੀ ਹੈ ਬ੍ਰੈਡ, chapatis, berries, bananas, tomatoes, peaches, avocados, green beans, yogurt, dahi, juices, mushroom, meat, cooked grains, दालां, बढ़िया हुईयां पकाइयां हुईयां चीज़ां, eggs, cooked vegetables and fish। ये सारे जल्दी खराब हो जाते हैं। अगला सवाल है which kind of food products do not decay soon। ਕਿਹੜੇ ਕਿਸਮ ਦਾ ਭੋਜਨ ਜਲਦੀ ਛੇਤੀ ਖਰਾਬ ਨਹੀਂ ਹੁੰਦਾ ਜਾਂ ਨਹੀਂ ਸੜਦਾ। Food products that do not decay soon include pulses, ਜਿਹਨੂੰ ਆਪਾਂ ਕਹੀਦਾ ਹੈ ਦਾਲਾਂ, wheat, ਕਣਕ, nuts ਜਿਵੇਂ ਅਖਰੋਟ, dried grains, ਸੁੱਕੇ ਮੇਵੇ ਵੀ ਹੋ ਸਕਦੇ ਨੇ, dry fruit, ghee, coconut oil, vinegar, seeds and salt, ਨਮਕ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। ਗੌਰਵ, Mother, how can we preserve the early decaying of products? ਤੇ ਗੌਰਵ ਪੁੱਛਦਾ ਹੈ ਮੰਮੀ ਅਸੀਂ ਉਹ ਪਦਾਰਥਾਂ ਕਿਵੇਂ ਬਚਾ ਸਕਦੇ ਨੇ ਜੋ ਛੇਤੀ ਸੜਦੀਆਂ ਨੇ। Mother, Son, we have to preserve food products with some methods so that they may be used for long। ਬੇਟਾ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਜਾਂ ਵਸਤੂਆਂ ਨੂੰ ਕੁਝ ਤਰੀਕਿਆਂ ਦੇ ਨਾਲ ਸੰਭਾਲ ਸਕਦੇ ਹਾਂ ਤਾਂ ਜੋ ਉਹ ਲੰਬੇ ਸਮੇਂ ਤੱਕ ਵਰਤੇ ਜਾ ਸਕਣ। ਹੁਣ ਕੁਝ ਤਰੀਕੇ ਇੱਥੇ ਦੱਸੇ ਹੋਏ ਨੇ। Now, I will tell you about these methods। ਹੁਣ ਮੈਂ ਤੁਹਾਨੂੰ ਇਹਨਾਂ ਤਰੀਕਿਆਂ ਬਾਰੇ ਦੱਸਾਂਗੀ। ਸਭ ਤੋਂ ਪਹਿਲਾ ਹੈ ਰੈਫਰੀਜਰੇਸ਼ਨ, ਫ੍ਰਿਜ ਦੇ ਵਿੱਚ ਪਾ ਦੇਣਾ। Green vegetables, fruits, milk, meat, bread, etc. are kept safe by keeping them in fridge। ਹਰੀਆਂ ਸਬਜ਼ੀਆਂ, ਫਲ, ਦੁੱਧ, ਮੀਟ, ਬ੍ਰੈਡ ਆਦਿ ਨੂੰ ਫ੍ਰਿਜ ਵਿੱਚ ਰੱਖ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। Low temperature in fridge stops growth of microbes। ਫ੍ਰਿਜ ਦੇ ਵਿੱਚ ਘੱਟ ਤਾਪਮਾਨ ਹੋਣ ਕਰਕੇ ਜਿਹੜੇ ਪਦਾਰਥ ਉਸਤੇ ਉਗਨੇ ਚਾਹੀਦੇ ਸੀ ਜਾਂ ਪੈਦਾ ਹੋਣੇ ਚਾਹੀਦੇ ਸੀ ਜੋ ਖਾਣੇ ਨੂੰ ਖਰਾਬ ਕਰ ਦਿੰਦੇ ਨੇ ਉਹ ਨਹੀਂ ਆਉਂਦੇ ਛੇਤੀ ਕਿਤੇ। Second, boiling, ਉਬਾਲਣਾ। We can preserve milk for some time by boiling। ਅਸੀਂ ਦੁੱਧ ਨੂੰ ਉਬਾਲ ਕੇ ਕੁਝ ਸਮੇਂ ਲਈ ਸੁਰੱਖਿਅਤ ਰੱਖ ਸਕਦੇ ਹਾਂ। Third, adding sugar, ਖੰਡ ਜਾਂ ਚੀਨੀ ਮਿਲਾ ਕੇ। Your grandmother prepares murabba of different fruits। ਤੁਹਾਡੇ ਦਾਦੀ ਜੀ ਵੱਖ-ਵੱਖ ਤਰ੍ਹਾਂ ਦੇ fruits ਦੇ ਨਾਲ ਮੁਰੱਬੇ ਤਿਆਰ ਕਰਦੇ ਹੋਣਗੇ। A lot of sugar is added to murabba to keep it safe for long। ਤੇ ਮੁਰੱਬੇ ਦੇ ਵਿੱਚ ਬਹੁਤ ਸਾਰੀ ਖੰਡ ਜਾਂ ਤੁਸੀਂ ਕਹਿ ਸਕਦੇ ਹੋ ਚੀਨੀ, ਮਿੱਠਾ ਮਿਲਾਇਆ ਜਾਂਦਾ ਹੈ ਤਾਂ ਜੋ ਉਹ ਲੰਬੇ ਸਮੇਂ ਤੱਕ ਸੁਰੱਖਿਅਤ ਰਹਿ ਸਕੇ। ਚੌਥਾ, salting, ਨਮਕ ਪਾਣਾ। Your aunt makes pickle by adding salt to mangoes। ਤੁਹਾਡੇ ਮਾਮੀ ਜੀ ਜਾਂ ਤੁਹਾਡੇ ਆਂਟੀ ਜਦ ਅਚਾਰ ਬਣਾਉਂਦੇ ਨੇ ਉਹ ਉਸ ਦੇ ਵਿੱਚ ਨਮਕ ਪਾ ਦਿੰਦੇ ਨੇ। ਬੇਸ਼ੱਕ ਉਹ ਮੈਂਗੋਜ਼ ਦਾ ਹੋਏ, ਆਮਲਾ ਜਾਂ ਫਿਰ ਚਿਲੀਜ਼ ਦਾ ਅਚਾਰ, ਬੇਸ਼ੱਕ ਉਹ ਅੰਬ ਦਾ ਹੋਏ, ਆਮਲੇ ਦਾ ਜਾਂ ਮਿਰਚ ਦਾ, ਨਮਕ ਪਾ ਦਿੰਦੇ ਨੇ ਉਸ ਦੇ ਵਿੱਚ। In this way they can be consumed for long। ਇਸ ਤਰ੍ਹਾਂ ਇਹਨਾਂ ਨੂੰ ਲੰਬੇ ਸਮੇਂ ਤੱਕ ਵਰਤਿਆ ਜਾ ਸਕਦਾ ਹੈ ਅਚਾਰਾਂ ਨੂੰ। Fifth, oiling, pickle of different, spelling ਗਲਤ ਨੇ, fruits and vegetables is made by adding oil to them। ਵੱਖ-ਵੱਖ ਤਰ੍ਹਾਂ ਦੇ ਫਲਾਂ ਦਾ ਜਾਂ ਫਿਰ ਸਬਜ਼ੀਆਂ ਦਾ ਜਿਹੜਾ ਅਚਾਰ ਪਾਇਆ ਜਾਂਦਾ ਹੈ ਉਸ ਦੇ ਵਿੱਚ ਤੇਲ ਪਾ ਕੇ ਉਹਨੂੰ ਬਚਾਇਆ ਜਾ ਸਕਦਾ ਹੈ। They remain safe for a long time।
ਤੇ ਉਹ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦੇ ਨੇ। ਹੁਣ ਇੱਥੇ ਲਿਖਿਆ ਮੈਥਡਸ ਆਫ ਫੂਡ ਸਟੋਰੇਜ ਐਂਡ ਪ੍ਰੀਜ਼ਰਵੇਸ਼ਨ। ਭੋਜਨ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਸੰਭਾਲ ਕੇ ਰੱਖਿਆ ਜਾ ਸਕਦਾ ਹੈ, ਉਸਦੇ ਤਰੀਕੇ। ਪਹਿਲਾ ਹੈਗਾ ਕੂਲਿੰਗ ਜਾਂ ਰੈਫਰੀਜਰੇਸ਼ਨ, ਠੰਡਾ ਕਰਨਾ। ਸੈਕਿੰਡ ਐਡਿੰਗ ਸ਼ੂਗਰ ਟੂ ਪਿਕਲ, ਖੰਡ ਪਾ ਦੇਣਾ ਅਚਾਰ ਦੇ ਵਿੱਚ। ਤੇ ਤੀਜਾ ਹੈਗਾ ਕੈਨਿੰਗ, ਮਤਲਬ ਡੱਬਿਆਂ ਦੇ ਵਿੱਚ ਬੰਦ ਕਰਕੇ ਰੱਖ ਦੇਣਾ। ਸਿਕਸਥ, canning. Nowadays, a new technique is used to keep food safe. Canning ਅੱਜਕੱਲ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਇੱਕ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। With this technique, food is properly packed in a can. ਤੇ ਇਸ ਤਕਨੀਕ ਨਾਲ ਭੋਜਨ ਨੂੰ ਡੱਬੇ ਵਿੱਚ ਚੰਗੀ ਤਰ੍ਹਾਂ ਪੈਕ ਕੀਤਾ ਜਾਂਦਾ ਹੈ। As it is airproof, so food is not worsened by the microbes, क्योंकि ये हवा तो बिल्कुल सुरक्षित ਹੁੰਦਾ ਹੈ। ਇਸ ਕਾਰਨ ਭੋਜਨ ਨੂੰ ਬਿਲਕੁਲ ਵੀ ਮਾਈਕਰੋਬਸ ਜਾਂ ਜਿਹੜੇ ਕੀੜੇ ਉਹਨੂੰ ਖਰਾਬ ਕਰਦੇ ਨੇ ਉਹ ਨਹੀਂ ਲੱਗਦੇ। But son, before purchasing a packed food, the date of packing, expiry date and time for consumption should be checked. ਪਰ ਪੁੱਤਰ, ਪੈਕੇਟ ਵਾਲਾ ਭੋਜਨ ਖਰੀਦਣ ਤੋਂ ਪਹਿਲਾਂ ਪੈਕਿੰਗ ਦੀ ਮਿਤੀ ਤੇ ਉਸ ਨੂੰ ਕਦ ਤੱਕ ਵਰਤਿਆ ਜਾ ਸਕਦਾ ਹੈ ਤੇ ਨਾਲ ਦੀ ਨਾਲ ਕਿੰਨੀ ਦੇਰ ਦੇ ਵਿੱਚ ਹੀ ਉਹਨੂੰ ਵਰਤਣਾ ਚਾਹੀਦਾ ਹੈ, ਉਸ ਚੀਜ਼ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ। ਸੱਤਵਾਂ, seventh, drying. Your grandmother dry fenugreek, coriander, turnip, ginger, amla, apple, fig, etc. in the sunlight to make them useful for the whole year. ਤੁਹਾਡੇ ਦਾਦੀ ਜੀ ਸੁੱਕੇ ਮੇਥੇ, ਧਨੀਆ, ਸ਼ਲਗਮ, ਅਦਰਕ ਨੂੰ ਜਾਂ ਫਿਰ ਆਂਵਲਾ, ਸੇਬ, ਅੰਜੀਰ ਅਜਿਹੀਆਂ ਚੀਜ਼ਾਂ ਨੂੰ ਸੁਕਾ ਲੈਂਦੇ ਨੇ ਤਾਂ ਜੋ ਉਹਨਾਂ ਨੂੰ ਪੂਰੇ ਸਾਲ ਲਈ ਉਪਯੋਗ ਕੀਤਾ ਜਾ ਸਕੇ, ਤਾਂ ਜੋ ਉਹ ਖਰਾਬ ਨਾ ਹੋਣ। ਹੁਣ ਇੱਥੇ ਚੀਜ਼ਾਂ ਬਣਾਈਆਂ ਹੋਈਆਂ ਨੇ ਤੇ ਆਪਾਂ ਦੱਸਣਾ ਹੈ ਕਿ ਉਹਨਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਖਾਣੇ ਨੂੰ। ਮੈਥਡਸ ਟੂ ਕੀਪ ਫੂਡ ਸੇਫ, ਭੋਜਨ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ। ਇਹ ਹੈਗਾ ਆਇਲਿੰਗ, ਇੱਥੇ ਹੈਗਾ ਕੈਨਿੰਗ ਡੱਬਿਆਂ ਵਿੱਚ ਪਾ ਕੇ ਤੇ ਇੱਥੇ ਹੈਗਾ ਡਰਾਈਂਗ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। ਇੱਥੇ ਦਿੱਤੀ ਹੋਈ ਹੈ ਐਕਟੀਵਿਟੀ। Ask your mother about the methods used for food preservation and write them in the following manner. ਆਪਣੇ ਮਾਤਾ ਜੀ ਨੂੰ ਇਹ ਪੁੱਛੋ ਵੀ ਭੋਜਨ ਨੂੰ ਕਿਸ ਪ੍ਰਕਾਰ ਨਾਲ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਤੇ ਉਹ ਤਰੀਕਿਆਂ ਨੂੰ ਤੁਸੀਂ ਇੱਥੇ ਲਿਖੋ। ਬੱਚਿਓ, ਇਹ ਪ੍ਰੀਜ਼ਰਵੇਸ਼ਨ ਇੱਥੇ ਤੇ ਇੱਥੇ ਸਪੈਲਿੰਗ ਗਲਤ ਦਿੱਤੇ ਹੋਏ ਨੇ, ਮੈਂ ਠੀਕ ਸਪੈਲਿੰਗ ਲਿਖ ਦਿੰਦੀ ਆ, PRESERVATION। ਤੁਸੀਂ ਆ ਯਾਦ ਰੱਖਣੇ ਨੇ। ਵੀਟ ਨੂੰ ਆਪਾਂ ਬਚਾ ਸਕਦੇ ਆ ਨੀਮ ਲੀਵਸ ਰਾਹੀਂ, ਪਲਸਿਸ ਨੂੰ ਡਰਾਈਂਗ ਇਨ ਸਨ, ਪਿਕਲ ਨੂੰ ਆਇਲਿੰਗ ਦੇ ਨਾਲ, ਅਚਾਰ ਨੂੰ ਤੇਲ ਲਾ ਕੇ ਜਾਂ ਤੇਲ ਦੇ ਵਿੱਚ ਰੱਖ ਕੇ, ਮਿਲਕ ਬਾਈ ਬੋਇਲਿੰਗ ਉਹਨੂੰ ਉਬਾਲ ਕੇ ਦੁੱਧ ਨੂੰ, ਫਰੂਟਸ ਔਰ ਵੈਜੀਟੇਬਲਸ ਸਬਜ਼ੀਆਂ ਜਾਂ ਫਲਾਂ ਨੂੰ ਆਪਾਂ ਬਚਾ ਸਕਦੇ ਹਾਂ ਕੀਪਿੰਗ ਇਨ ਰੈਫਰੀਜਰੇਟਰ ਫ੍ਰਿਜ ਵਿੱਚ ਰੱਖ ਕੇ ਜਾਂ ਫਿਰ ਉਹਨਾਂ ਦੇ ਜੈਮ ਬਣਾ ਕੇ ਜਾਂ ਫਿਰ ਮੁਰੱਬਾ ਬਣਾ ਕੇ। ਕੀਪਿੰਗ ਇਨ ਰੈਫਰੀਜਰੇਟਰ or making jams or murabba out of them. Third question, why is it necessary to boil milk? दूध ਨੂੰ ਉਬਾਲਣਾ ਕਿਉਂ ਜ਼ਰੂਰੀ ਹੈ? Boiling milk is one of the best way to deal with disease causing organism. दूध ਨੂੰ ਉਬਾਲਣਾ ਰੋਗ ਪੈਦਾ ਕਰਨ ਵਾਲੇ ਜੀਵਾਂ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਹੈ। Boiling helps kill most of the dangerous bacteria and other organisms present in the milk and helps to store it for some time. ਦੁੱਧ ਉਬਾਲਣ ਨਾਲ ਉਸ ਵਿੱਚ ਮੌਜੂਦਾ ਜਿਹੜੇ ਪਦਾਰਥ ਹੁੰਦੇ ਨੇ ਜਿਵੇਂ ਬੈਕਟੀਰੀਆ ਜਾਂ ਹੋਰ ਜੀਵ ਜੰਤੂ ਉਹ ਮਰ ਜਾਂਦੇ ਨੇ ਤੇ ਇਸ ਨਾਲ ਇਸ ਨੂੰ ਕੁਝ ਸਮੇਂ ਦੇ ਲਈ ਸਟੋਰ ਕੀਤਾ ਜਾ ਸਕਦਾ ਹੈ। Fourth question, what kinds of murabbas have you eaten? ਤੁਸੀਂ ਕਿਹੜੇ ਕਿਸਮ ਦੇ ਮੁਰੱਬੇ ਖਾਦੇ ਨੇ? मैं खाता है जी एप्पल मुरब्बा, आमला मुरब्बा, कैरेट मुरब्बा, चेरी, मिक्स्ड फ्रूट, गाजर, पाइनएप्पल एंड मैंगो मुरब्बा। फिफ्थ क्वेश्चन है, हाउ कैन द डिकेइंग ऑफ फूड बी असेस्ड? भोजन दे सड़न दा अनुमान तुसी किवें ला सकते हो?
ਸਾਇੰਸ ਆਫ ਫੂਡ ਡਿਕੇ ਇਨਕਲੂਡਸ ਮੋਲਡਰਿੰਗ, ਜਿਹਨੂੰ ਆਪਾਂ ਕਹਿੰਦੇ ਆ ਉਹਦੇ ਤੇ ਉਲਲੀ ਲੱਗ ਜਾਂਦੀ ਹੈ, ਐਕਸਪੈਂਡਡ ਟੌਪ, ਫੁੱਲ ਜਾਂਦੀ ਹੈ ਚੀਜ਼, ਫਾਉਲ odor, ਗੰਦੀ ਬਦਬੂ ਆਉਣ ਲੱਗ ਜਾਂਦੀ ਹੈ, worms, ਕੀੜੇ ਪੈ ਜਾਣਾ, ਜਾਂ ਫਿਰ ਚੇਂਜ ਇਨ ਦ ਕਲਰ ਆਫ ਫੂਡ ਆਈਟਮ, ਭੋਜਨ ਦੇ ਪਦਾਰਥ ਜਾਂ ਫਿਰ ਭੋਜਨ ਦਾ ਰੰਗ ਬਦਲ ਜਾਣਾ। ਅਗਲਾ ਕੁਐਸਚਨ ਹੈ 6th, what kind of food is kept in the fridge for preservation? ਫ੍ਰਿਜ ਵਿੱਚ ਕਿਸ ਤਰ੍ਹਾਂ ਦਾ ਭੋਜਨ ਰੱਖਿਆ ਜਾਂਦਾ ਹੈ ਉਸਨੂੰ ਬਚਾਉਣ ਲਈ? Food items that can be preserved in refrigerator include pickles, achar, milk, दूध, butter, ketchup, sauce, ice cream, fruits, bread and meat. आगे चलते हैं, एक्टिविटी दी हुई है, collect and write about the information regarding packed food or medicines from the market. बाजार तो पैकेट वाला खाना या फिर दवाइयां बारे ਇਕੱਠਾ ਕਰਕੇ ਜਾਣਕਾਰੀ ਤੁਸੀਂ ਲਿਖਣੀ ਹੈ। ਹੁਣ ਕਿਹੜੀ ਕਿਹੜੀ ਜਾਣਕਾਰੀ ਲਿਖਣੀ ਹੈ? ਨੋਟ ਦ ਡੇਟ ਆਫ ਪੈਕਿੰਗ, ਉਹ ਕਦ ਪੈਕ ਹੋਇਆ, ਐਕਸਪਾਇਰੀ ਡੇਟ, ਉਹ ਕਦ ਖਰਾਬ ਹੋ ਜਾਊਗਾ, ਐਂਡ ਟਾਈਮ ਫॉर ਕੰਜ਼ੰਪਸ਼ਨ, ਉਹਨੂੰ ਕਿੰਨੇ ਸਮੇਂ ਦੇ ਵਿੱਚ ਹੀ ਵਰਤਣਾ ਹੈ। ਆਪਾਂ ਇੱਥੇ ਲਿਸਟ ਬਣਾਣੀ ਹੈ। ਇਹ ਮੈਂ ਸਾਰੀ ਲਿਸਟ ਬਣਾਤੀ, ਜੈਮ ਕਦ ਖਰੀਦਿਆ ਸੀ, ਮਿਲਕ, ਬ੍ਰੈਡ, ਪਨੀਰ ਤੇ ਕਦ ਉਹਨਾਂ ਦੀ ਐਕਸਪਾਇਰੀ ਡੇਟ ਹੈ ਤੇ ਕਿੰਨੀ ਦੇਰ ਦੇ ਵਿੱਚ ਕੰਜ਼ਿਊਮ ਕਰਨਾ ਹੈ, ਖਤਮ ਕਰਨ ਲਈ ਕਿੰਨਾ ਸਮਾਂ ਹੈਗਾ। ਅੱਗੇ ਚੱਲਦੇ ਹਾਂ। Gaurav saw his father spreading wheat in sunlight and asked why he was doing so. ਗੌਰਵ ਨੇ ਆਪਣੇ ਪਿਤਾ ਜੀ ਨੂੰ ਧੁੱਪ 'ਚ ਕਣਕ ਵਿਛਾਉਂਦਿਆਂ ਹੋਇਆ ਦੇਖਿਆ ਤੇ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਹੇ ਸਨ। Father, son, grain like wheat is used for the whole year. ਤੇ ਪਿਤਾ ਜੀ ਜਵਾਬ ਦਿੰਦੇ ਨੇ ਵੀ ਪੁੱਤਰ, ਕਣਕ ਵਰਗਾ ਜਿਹੜਾ ਦਾਣਾ ਹੁੰਦਾ ਹੈ ਉਹ ਆਪਾਂ ਸਾਰਾ ਸਾਲ ਵਰਤਦੇ ਹਾਂ, ਕਣਕ ਤਾਂ ਸਾਰੇ ਸਾਲ ਵਰਤੀ ਜਾਂਦੀ ਹੈ। ਸੋ ਇਟ ਇਜ਼ ਡਰਾਈਡ ਅਪ ਇਨ ਦ ਸਨਲਾਈਟ ਟੂ ਰਿਮੂਵ ਵੈਟਨੈਸ ਫਰੋਮ ਇਟ, ਤੇ ਇਸ ਲਈ ਇਸ ਨੂੰ ਇਸ ਦੇ ਗੀਲੇਪਨ ਨੂੰ ਦੂਰ ਕਰਨ ਲਈ ਇਸ ਨੂੰ ਧੁੱਪ ਲਵਾਈ ਜਾਂਦੀ ਹੈ ਤੇ ਸੁਕਾਇਆ ਜਾਂਦਾ ਹੈ। ਆਫਟਰ ਕੂਲਿੰਗ ਡਾਊਨ ਇਨ ਦ ਈਵਨਿੰਗ ਦਿਸ wheat will be filled in the drum, ਤੇ ਸ਼ਾਮ ਨੂੰ ਠੰਡ ਹੋਣ ਤੋਂ ਬਾਅਦ ਇਸ ਕਣਕ ਨੂੰ ਡਰਮ ਦੇ ਵਿੱਚ ਭਰ ਦਿੱਤਾ ਜਾਏਗਾ ਤਦ ਤੱਕ ਇਹ ਸੁੱਕ ਜਾਏਗੀ। If we fill the drum with wet, moist wheat, it will be damaged by bugs. ਜੇਕਰ ਅਸੀਂ ਡਰਮ ਵਿੱਚ ਗਿੱਲੀ ਜਾਂ ਫਿਰ ਨਮੀ ਵਾਲੀ ਕਣਕ ਭਰਦੇ ਹਾਂ ਤੇ ਇਸ ਨੂੰ ਕੀੜਿਆਂ ਦੁਆਰਾ ਖਰਾਬ ਕਰ ਦਿੱਤਾ ਜਾਏਗਾ। bugs ਤੋਂ ਭਾਵ ਹੈ ਕੀੜੇ। ਆ ਦੇਖੋ ਛੋਟੇ ਛੋਟੇ ਕੀੜੇ ਲੱਗ ਜਾਂਦੇ ਨੇ। It should be dried up to the extent that when the grain is broken with teeth, it makes a cracking sound. ਇਸ ਨੂੰ ਇਸ ਹੱਦ ਤੱਕ ਸੁਕਾਉਣਾ ਚਾਹੀਦਾ ਹੈ ਕਿ ਜਦੋਂ ਦਾਣੇ ਦੰਦਾਂ ਨਾਲ ਤੋੜਨ ਜਾਓ ਤਾਂ ਉਸਦੇ ਵਿੱਚ ਆਵਾਜ਼ ਆਏ। The grain in the drum should be checked from time to time. ਤੇ ਡਰਮ ਵਿੱਚ ਭਰ ਕੇ ਵੀ ਇਹਨੂੰ ਭੁੱਲ ਜਾਣਾ ਨਹੀਂ ਚਾਹੀਦਾ, ਸਗੋਂ ਇਹਨੂੰ ਸਮੇਂ-ਸਮੇਂ ਤੇ ਚੈੱਕ ਕਰਨਾ ਚਾਹੀਦਾ ਹੈ, ਜਾਂਚ ਕਰਨੀ ਚਾਹੀਦੀ ਹੈ ਵੀ ਕਿਤੇ ਕੀੜਾ ਤਾਂ ਨਹੀਂ ਲੱਗ ਗਿਆ। ਆ ਦੇਖੋ, wheat spread in the sunlight, ਧੁੱਪ ਵਿੱਚ ਕਣਕ ਨੂੰ ਫੈਲਾਇਆ ਗਿਆ ਹੈ। ਬੀਟਲ, ਜੋ ਕਿ ਇੱਕ ਤਰੀਕੇ ਦਾ ਕੀੜਾ ਹੁੰਦਾ ਹੈ, ਤੇ ਇਹ ਹੈਗਾ ਡਰਮ। ਅੱਗੇ ਪੜ੍ਹਦੇ ਹਾਂ। ਗੌਰਵ, but maternal uncle added pesticides while storing wheat in the drum. ਤੇ ਗੌਰਵ ਅੱਗੇ ਗੱਲਬਾਤ ਕਰਦੇ ਹੋਏ ਕਹਿੰਦਾ ਹੈ, ਮਾਮੇ ਨੇ ਤਾਂ ਡਰਮ ਵਿੱਚ ਕਣਕ ਨੂੰ ਸਟੋਰ ਕਰਦਿਆਂ ਸਮੇਂ ਕੀਟਨਾਸ਼ਕ ਪਾ ਦਿੱਤੇ ਸੀ। He said that after 3 or 4 months the effect of the pesticide will be over and the consumption of wheat will not be harmful. ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ 3-4 ਮਹੀਨਿਆਂ ਬਾਅਦ ਕੀਟਨਾਸ਼ਕ ਦਾ ਅਸਰ ਖਤਮ ਹੋ ਜਾਏਗਾ ਅਤੇ ਕਣਕ ਦੇ ਪਦਾਰਥ ਨੁਕਸਾਨ ਨਹੀਂ ਕਰਨਗੇ। Father, the poisons used to preserve pulses like green gram, chickpeas, moong and masoor grains are very dangerous. ਤੇ ਪਿਤਾ ਜੀ ਦੱਸਦੇ ਨੇ ਵੀ ਹਰੇ ਚਨੇ ਹੋ ਗਏ, ਛੋਲੇ ਹੋ ਗਏ, ਮੂੰਗੀ ਹੋ ਗਈ, ਮਸੂਰ ਆਦਿ ਦੀਆਂ ਦਾਲਾਂ ਨੂੰ ਸਾਂਭ ਕੇ ਰੱਖਣ ਲਈ ਵਰਤੇ ਜਾਣ ਵਾਲੇ ਜਿਹੜੇ ਕੀਟਨਾਸ਼ਕ ਹੁੰਦੇ ਨੇ, ਪੋਇਜ਼ਨ ਹੁੰਦਾ ਹੈ, ਜ਼ਹਿਰੀਲੇ ਪਦਾਰਥ ਹੁੰਦੇ ਨੇ, ਉਹ ਬਹੁਤ ਖਤਰਨਾਕ ਹੁੰਦੇ ਨੇ। The protein in the pulses absorb the poison very fast.
ਦਾਲਾਂ ਵਿੱਚ ਮੌਜੂਦ ਪ੍ਰੋਟੀਨ ਅਜਿਹੇ ਜ਼ਹਿਰ ਨੂੰ ਬਹੁਤ ਛੇਤੀ ਦੇਣੀ ਐਬਜ਼ੌਰਬ ਕਰ ਲੈਂਦਾ ਹੈ, ਆਪਣੇ ਵਿੱਚ ਵਸਾ ਲੈਂਦਾ ਹੈ। When we consume these pulses, the poison reaches our body. ਤੇ ਜਦੋਂ ਅਸੀਂ ਦਾਲਾਂ ਦਾ ਸੇਵਨ ਕਰਦੇ ਹਾਂ ਤਾਂ ਇਹ ਜਿਹੜਾ ਜ਼ਹਿਰ ਹੁੰਦਾ ਹੈ ਉਹ ਦਾਲਾਂ ਰਾਹੀਂ ਸਾਡੇ ਸਰੀਰ ਤੱਕ ਪਹੁੰਚ ਜਾਂਦਾ ਹੈ। So it is better not to use them. ਤੇ ਇਸ ਲਈ ਉਹਨਾਂ ਦੀ ਵਰਤੋਂ ਨਾ ਕਰਨਾ ਹੀ ਬਿਹਤਰ ਹੈ। We should preserve pulses and grains with natural methods. ਸਾਨੂੰ ਦਾਲਾਂ ਅਤੇ ਜਿਹੇ ਪਦਾਰਥ ਨੂੰ ਕੁਦਰਤੀ ਤਰੀਕਿਆਂ ਦੇ ਨਾਲ ਹੀ ਸੰਭਾਲ ਕੇ ਰੱਖਣਾ ਚਾਹੀਦਾ ਹੈ। We should use match boxes and leaves of neem. ਤੇ ਜਿਹੜੇ ਕੁਦਰਤੀ ਤਰੀਕੇ ਹੈਗੇ ਨੇ ਉਹਨਾਂ ਦੇ ਵਿੱਚ ਮਾਚਿਸ ਦੇ ਡੱਬੇ ਰੱਖ ਸਕਦੇ ਆ ਜਾਂ ਨੀਮ ਦੇ ਪੱਤੇ ਵੀ ਰੱਖ ਸਕਦੇ ਆ ਕਣਕ ਨੂੰ ਬਚਾਉਣ ਲਈ। ਗੌਰਵ, Father, we spoil our health by using these pesticides. ਗੌਰਵ ਪੁੱਛਦਾ ਹੈ, ਪਿਤਾ ਜੀ ਅਸੀਂ ਇਹਨਾਂ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਆਪਣੀ ਸਿਹਤ ਨੂੰ ਖਰਾਬ ਕਰਦੇ ਹਾਂ। Now I will never buy goods from shopkeeper in which pesticides are used. ਹੁਣ ਮੈਂ ਦੁਕਾਨਦਾਰਾਂ ਤੋਂ ਉਹ ਸਮਾਨ ਕਦੇ ਨਹੀਂ ਖਰੀਦਾਂਗਾ ਜਿਸ ਵਿੱਚ ਪੈਸਟੀਸਾਈਡ ਜਾਂ ਫਿਰ ਕੀਟਨਾਸ਼ਕ ਦਾ ਇਸਤੇਮਾਲ ਜਾਂ ਵਰਤੋਂ ਕੀਤੀ ਜਾਂਦੀ ਹੈ। Father, what is kept in the big sheds built beside our school? ਪਿਤਾ ਜੀ ਸਾਡੇ ਸਕੂਲ ਦੇ ਨਾਲ ਵੱਡੇ ਵੱਡੇ ਜਿਹੜੇ ਸ਼ੈੱਡ ਹੈਗੇ ਨੇ ਉਹਨਾਂ ਵਿੱਚ ਕੀ ਰੱਖਿਆ ਹੋਇਆ? Father, these closed sheds are called godowns. ਪਿਤਾ ਜੀ ਜਵਾਬ ਦਿੰਦੇ ਨੇ ਇਹਨਾਂ ਬੰਦ ਕਮਰਿਆਂ ਨੂੰ ਜਾਂ ਸ਼ੈਡਸ ਨੂੰ ਆਪਾਂ ਗੋਦਾਮ ਕਹਿੰਦੇ ਹਾਂ। Government keeps grains there, purchased from the farmers. ਸਰਕਾਰ ਉੱਥੇ ਅਨਾਜ ਰੱਖਦੀ ਹੈ ਕਿਸਾਨਾਂ ਤੋਂ ਖਰੀਦ ਕੇ। To save grains from moisture, gunny bags are kept away from the walls on the wooden boards. ਤੇ ਦਾਣਿਆਂ ਨੂੰ ਪਾਣੀ ਜਾਂ ਨਮੀ ਤੋਂ ਬਚਾਉਣ ਲਈ ਜਿਹੜੇ ਬੋਰੀਆਂ ਹੁੰਦੀਆਂ ਨੇ ਉਹਨਾਂ ਨੂੰ ਲੱਕੜ ਦੇ ਬੋਰਡ ਤੇ ਰੱਖਿਆ ਜਾਂਦਾ ਹੈ ਕੰਧ ਤੋਂ ਵੀ ਦੂਰ। ਗਨੀ ਬੈਗ ਇਸਤੇਮਾਲ ਕੀਤੇ ਜਾਂਦੇ ਨੇ ਇਸ ਦੇ ਲਈ। In warehouses, rat killing tablets are kept between the racks, or poisonous smoke is made to prevent spoilage of grains. ਤੇ ਇਹਨਾਂ ਗੋਦਾਮਾਂ ਦੇ ਵਿੱਚ ਚੂਹਾ ਮਾਰਨ ਵਾਲੀਆਂ ਗੋਲੀਆਂ ਵੀ ਰੱਖੀਆਂ ਜਾਂਦੀਆਂ ਨੇ ਰੈਕ ਦੇ ਵਿੱਚ, ਬੋਰੀਆਂ ਦੇ ਵਿਚਕਾਰ, ਜਾਂ ਫਿਰ ਅਜਿਹੀਆਂ ਚੀਜ਼ਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਿਹਦੇ ਨਾਲ ਧੂਆਂ ਉੱਗਦਾ ਹੈ ਤਾਂ ਜੋ ਜਿਹੜੇ ਗ੍ਰੇਨਸ ਹੈਗੇ ਨੇ ਜਾਂ ਫਿਰ ਜੋ ਕਣ ਹੈਗੇ ਨੇ ਉਹ ਖਰਾਬ ਨਾ ਹੋ। ਆ ਦੇਖੋ ਗੋਡਾਊਨ ਜਿੱਥੇ ਬੋਰੀਆਂ ਰੱਖੀਆਂ ਹੋਈਆਂ ਤੇ ਇਹ ਹੈਗਾ ਕੋਲਡ ਸਟੋਰ। ਪਹਿਲਾਂ ਗੋਡਾਊਨ ਹੁੰਦੇ ਸੀ, ਅੱਜ ਕੱਲ ਕੋਲਡ ਸਟੋਰ ਹੋਰ ਵਧੀਆ ਸਟੋਰ ਬਣ ਗਏ ਨੇ। ਪਹਿਲਾਂ ਸ਼ੈਡ ਹੀ ਹੁੰਦੇ ਸੀ, ਹੁਣ ਵਧੀਆ ਰੈਕ ਰੂਕ ਬਣ ਗਏ ਨੇ ਕੋਲਡ ਸਟੋਰ ਵਿੱਚ ਗ੍ਰੇਨਸ ਰੱਖਣ ਲਈ। ਗੌਰਵ, my class fellow Karanveer's father keeps potatoes and fruits in a cold store. ਗੌਰਵ ਕਹਿੰਦਾ ਹੈ ਵੀ ਮੇਰਾ ਜਿਹੜਾ ਜਮਾਤੀ ਹੈਗਾ ਕਰਨਵੀਰ ਉਸਦੇ ਪਿਤਾ ਜੀ ਆਲੂ ਅਤੇ ਫਲਾਂ ਨੂੰ ਕੋਲਡ ਸਟੋਰ ਵਿੱਚ ਰੱਖਦੇ ਨੇ। Father, yes son, cold stores are used to store and preserve vegetables and fruits on a large scale. ਤੇ ਪਿਤਾ ਜੀ ਦੱਸਦੇ ਨੇ ਵੀ ਹਾਂ ਪੁੱਤ ਕੋਲਡ ਸਟੋਰ ਨੂੰ ਸਬਜ਼ੀਆਂ ਨੂੰ ਸਾਂਭਣ ਦੇ ਲਈ ਅਤੇ ਨਾਲ ਦੀ ਨਾਲ ਜਿਹੜੇ ਫਲ ਹੁੰਦੇ ਨੇ ਉਹਨਾਂ ਨੂੰ ਸਾਂਭਣ ਦੇ ਲਈ ਵੀ ਵਰਤੋਂ ਕੀਤੀ ਜਾਂਦੀ ਹੈ ਜਦ ਬਹੁਤ ਜ਼ਿਆਦਾ ਸਮਾਨ ਹੁੰਦਾ ਹੈ। Especially potatoes are kept in these cold stores in Duapa area. ਇਹਨਾਂ 'ਚ ਖਾਸ ਤੌਰ ਤੇ ਆਲੂ ਰੱਖੇ ਜਾਂਦੇ ਨੇ ਦੁਆਬਾ ਖੇਤਰ ਦੇ ਵਿੱਚ। ਅੱਗੇ ਚੱਲਦੇ ਹਾਂ ਪੈਸਚਰਾਈਜ਼ੇਸ਼ਨ। ਇਹਦਾ ਮਤਲਬ ਕੀ ਹੈ? With this method, milk is heated on a high temperature and then it is immediately cooled. ਇਸ ਵਿਧੀ ਨਾਲ ਦੁੱਧ ਨੂੰ ਉੱਚ ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ ਤੇ ਫਿਰ ਤੁਰੰਤ ਠੰਡਾ ਕੀਤਾ ਜਾਂਦਾ ਹੈ। Then it is packed into packets and bottles and is used for many days. ਫਿਰ ਇਸ ਨੂੰ ਪੈਕਟਾਂ ਜਾਂ ਫਿਰ ਬੋਤਲਾਂ ਵਿੱਚ ਪਾ ਕੇ ਕਈ ਦਿਨਾਂ ਤੱਕ ਵਰਤਿਆ ਜਾਂਦਾ ਹੈ। In Punjab, Vedka pasteurizes
sells milk on a large scale. ਪੰਜਾਬ ਵਿੱਚ ਵੇਰਕਾ ਪੈਸਚਰਾਈਜ਼ਡ ਮਿਲਕ ਦੇ ਪੈਕਟਾਂ ਨੂੰ ਵੇਚਦਾ ਹੈ. Here, milk products are packed for the future use. ਇੱਥੇ ਦੁੱਧ ਤੋਂ ਉਪਲਬਧ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਪੈਕ ਕੀਤਾ ਜਾਂਦਾ ਹੈ ਅੱਗੇ ਵਰਤੋਂ ਕਰਨ ਦੇ ਲਈ. ਆ ਦੇਖੋ, milk packed in bottles. Airtight containers are used to preserve food during the journey. ਸਫ਼ਰ ਦੌਰਾਨ ਭੋਜਨ ਨੂੰ 에ਅਰਟਾਈਟ ਸੁਰੱਖਿਅਤ ਰੱਖਣ ਦੇ ਲਈ ਬੰਦ ਡੱਬੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਲੰਬੇ ਦੇਰ ਦੇ ਲਈ ਉਸਨੂੰ ਖਾਣੇ ਨੂੰ ਬਚਾ ਕੇ ਰੱਖਿਆ ਜਾ ਸਕੇ. Students and workers use tiffin boxes that keep food hot. ਵਿਦਿਆਰਥੀ ਅਤੇ ਕਰਮਚਾਰੀ ਟਿਫਿਨ ਬਾਕਸ ਦੀ ਵਰਤੋਂ ਕਰਦੇ ਹਨ ਜੋ ਭੋਜਨ ਨੂੰ ਗਰਮ ਰੱਖਦਾ ਹੈ. Things to remember, ਯਾਦ ਰੱਖਣ ਵਾਲੀਆਂ ਗੱਲਾਂ. ਪਹਿਲਾ, we should never eat stale food. ਸਾਨੂੰ ਕਦੇ ਵੀ ਬਾਸੀ ਨਹੀਂ ਖਾਣਾ ਚਾਹੀਦਾ. Second, we can identify the spoiled food by seeing and smelling. ਅਸੀਂ ਖਰਾਬ ਭੋਜਨ ਨੂੰ ਦੇਖ ਕੇ ਅਤੇ ਸੁੰਘ ਕੇ ਪਛਾਣ ਸਕਦੇ ਹਾਂ. Food can be preserved by using different preservative methods to check the growth of microbes. Microbes ਖਾਣੇ ਦੇ ਵਿੱਚ ਜਦ ਪੈ ਜਾਂਦੇ ਨੇ ਉਸ ਤੋਂ ਬਚਣ ਲਈ ਆਪਾਂ ਕਈ ਤਰੀਕੇ ਦੇ ਨਾਲ ਖਾਣੇ ਨੂੰ ਬਚਾ ਸਕਦੇ ਹਾਂ. Godowns are used to store grains on a large scale. ਗੋਦਾਮਾਂ ਦੀ ਵਰਤੋਂ ਵੱਡੇ ਪੱਧਰ ਤੇ ਅਨਾਜ ਨੂੰ ਸਟੋਰ ਕਰਨ ਦੇ ਲਈ ਜਾਂ ਰੱਖਣ ਦੇ ਲਈ ਕੀਤੀ ਜਾਂਦੀ ਹੈ. Poisons should not be used to preserve the food products. ਭੋਜਨ ਦੇ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਹਿਰੀਲੀ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ. Seventh question, which method do you like the most to preserve grains at home? Write about that. ਘਰ ਵਿੱਚ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਕਿਹੜਾ ਤਰੀਕਾ ਸਭ ਤੋਂ ਵੱਧ ਪਸੰਦ ਹੈ ਇਸ ਬਾਰੇ ਲਿਖੋ. Grains can be stored in bags under elevated platforms to keep away the insects and other pests. ਕੀੜੇ ਮਕੌੜਿਆਂ ਤੋਂ ਦੂਰ ਰੱਖਣ ਦੇ ਲਈ ਅਸੀਂ ਕਣਕ ਨੂੰ ਜਾਂ ਹੋਰ ਗ੍ਰੇਨਸ ਨੂੰ ਬੈਗ ਦੇ ਵਿੱਚ ਪਾ ਕੇ ਅਨਾਜ ਨੂੰ ਰੱਖ ਸਕਦੇ ਹਾਂ ਇੱਕ ਵੁਡਨ ਪਲੇਟਫਾਰਮ ਤੇ ਜਾਂ ਕਿਤੇ ਉੱਚੀ ਥਾਂ ਤੇ ਪਰ ਛੱਤ ਤੋਂ ਦੂਰ ਤਾਂ ਜੋ ਬਾਰਿਸ਼ ਹੋਏ ਤਾਂ ਉਹਨਾਂ ਨੂੰ ਠੀਕ ਰੱਖਿਆ ਜਾ ਸਕੇ. The method I like the most to store grains is that they need to be dried in the sun. ਦਾਣਿਆਂ ਨੂੰ ਸਟੋਰ ਕਰਨ ਦਾ ਤਰੀਕਾ ਜੋ ਮੈਨੂੰ ਸਭ ਤੋਂ ਵੱਧ ਪਸੰਦ ਆਇਆ ਉਹ ਇਹ ਹੈਗਾ ਵੀ ਉਹਨਾਂ ਨੂੰ ਧੁੱਪ ਵਿੱਚ ਸੁਕਾਇਆ ਜਾਏ and then stored in drum. ਉਸ ਤੋਂ ਮਗਰੋਂ ਉਸ ਨੂੰ ਡਰਮ ਵਿੱਚ ਪਾ ਦਿੱਤਾ ਜਾਏ ਕਿਹਦੇ ਨਾਲ neem leaves or match boxes. Eighth question, why is the use of poisons harmful to preserve the pulses? ਕਿਉਂ ਜ਼ਹਿਰੀਲੇ ਪਦਾਰਥਾਂ ਨੂੰ ਨਹੀਂ ਇਸਤੇਮਾਲ ਕਰਨਾ ਚਾਹੀਦਾ ਦਾਲਾਂ ਨੂੰ ਸੇਫ ਰੱਖਣ ਦੇ ਲਈ ਜਾਂ ਬਚਾਉਣ ਦੇ ਲਈ. Pulses contain proteins and proteins are good at absorbing poison quickly. ਦਾਲਾਂ ਵਿੱਚ ਪ੍ਰੋਟੀਨ ਹੁੰਦਾ ਹੈ ਅਤੇ ਪ੍ਰੋਟੀਨ ਅਜਿਹੇ ਪਦਾਰਥ ਜਿਹੜੇ ਜ਼ਹਿਰੀਲੇ ਹੁੰਦੇ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਤੇ ਛੇਤੀ ਹੀ ਐਬਜ਼ੌਰਬ ਕਰ ਲੈਂਦਾ ਹੈ. Consumption of this is very dangerous for human health. ਤੇ ਜਦ ਆਪਾਂ ਅਜਿਹੀਆਂ ਦਾਲਾਂ ਦਾ ਸੇਵਨ ਕਰਦੇ ਹਾਂ ਉਹ ਸਾਡੀ ਸਿਹਤ ਦੇ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ ਜਾਂ ਫਿਰ ਖਤਰਨਾਕ ਹੁੰਦਾ ਹੈ. ਅੱਗੇ ਚੱਲਦੇ ਹਾਂ. Ninth question, why are fruits and vegetables kept in cold stores? ਫਲਾਂ ਤੇ ਸਬਜ਼ੀਆਂ ਨੂੰ ਕੋਲਡ ਸਟੋਰ ਵਿੱਚ ਕਿਉਂ ਰੱਖਿਆ ਜਾਂਦਾ ਹੈ? Once fruits and vegetables are harvested, they begin to deteriorate and dangerous bacteria also starts to grow. ਇੱਕ ਵਾਰ ਜਦ ਫਲ ਅਤੇ ਸਬਜ਼ੀਆਂ ਨੂੰ ਕੱਟ ਲਿਆ ਜਾਂਦਾ ਹੈ ਉਸ ਤੋਂ ਬਾਅਦ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਤੇ ਖਤਰਨਾਕ ਪਦਾਰਥ ਜਾਂ ਬੈਕਟੀਰੀਆ ਵੀ ਵਧਣਾ ਸ਼ੁਰੂ ਹੋ ਜਾਂਦੇ ਨੇ. Cold stores are like very huge refrigerators and the temperature is much below the normal fridge temperature. ਤੇ ਜਿਹੜੇ ਕੋਲਡ ਸਟੋਰ ਹੁੰਦੇ ਨੇ ਉਹ ਬਹੁਤ ਵੱਡੇ ਵੱਡੇ ਫ੍ਰਿਜ ਦੇ ਵਾਂਗ ਹੁੰਦੇ ਨੇ ਜਿਨ੍ਹਾਂ ਦਾ ਤਾਪਮਾਨ ਆਮ ਫ੍ਰਿਜ ਤੋਂ ਬਹੁਤ ਘੱਟ ਹੁੰਦਾ ਹੈ. At such low temperatures, the fruit and vegetable remain fresh for long time.
ਤੇ ਅਜਿਹੇ ਘੱਟ ਤਾਪਮਾਨ ਤੇ ਫਲ ਤੇ ਸਬਜ਼ੀਆਂ ਲੰਬੇ ਸਮੇਂ ਤੱਕ ਤਾਜ਼ੇ ਰਹਿੰਦੇ ਨੇ। Storing food items at low temperature slows the growth of organisms that spoil the food. ਤੇ ਭੋਜਨ ਨੂੰ ਘੱਟ ਤਾਪਮਾਨ ਤੇ ਸਟੋਰ ਕਰਨ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਜਿਹੜੇ ਜੀਵ ਹੁੰਦੇ ਨੇ ਉਹਨਾਂ ਦਾ ਵਿਕਾਸ ਬਹੁਤ ਸਲੋ ਜਾਂ ਫਿਰ ਹੌਲੀ ਹੋ ਜਾਂਦਾ ਹੈ। अगला है 10th क्वेश्चन, मैच द फॉलोइंग, मेल कराओ। पहला है मिल्क। मिल्क ਨੂੰ ਆਪਾਂ ਕਿਵੇਂ ਸਟੋਰ ਕਰ ਸਕਦੇ ਹਾਂ? ਬੋਇਲਿੰਗ। ਪਿਕਲ ਆਫ ਲੈਮਨ, ਨਿੰਬੂ ਦੇ ਅਚਾਰ ਨੂੰ ਆਪਾਂ ਸਟੋਰ ਕਰ ਸਕਦੇ ਹਾਂ ਆਇਲਿੰਗ ਕਰਕੇ। ਪੈਪਰਮਿੰਟ ਲੀਵਸ ਜਾਂ ਤੁਸੀਂ ਕਹਿ ਸਕਦੇ ਹੋ ਪੁਦੀਨੇ ਦੇ ਪੱਤਿਆਂ ਨੂੰ ਡਰਾਈਂਗ। ਜਾਮੁਨ ਐਂਡ ਗ੍ਰੇਪਸ, ਜਾਮੁਨ ਜਾਂ ਫਿਰ ਅੰਗੂਰਾਂ ਨੂੰ ਆਪਾਂ ਬਚਾ ਸਕਦੇ ਹਾਂ by refrigeration। ਮੁਰੱਬਾ of ਆਮਲਾ, ਆਮਲੇ ਦੇ ਮੁਰੱਬੇ ਨੂੰ ਆਪਾਂ ਬਚਾ ਸਕਦੇ ਹਾਂ by adding sugar। ਠੀਕ ਹੈ ਬੱਚਿਓ, ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਵੇਗਾ। Now we'll meet next very soon. Till then, take care. Bye bye.